ਹੁਣ ਬੇਟੇ ਆਪਾਂ ਇਹ ਸਿੱਖ ਲਿਆ ਵੀ ਅਸੀਂ ਕਿਸੇ ਵੀ ਇਲੈਕਟ੍ਰੋਡ ਦਾ ਇਲੈਕਟ੍ਰੋਡ ਪੋਟੈਂਸ਼ੀਅਲ ਕਿਵੇਂ ਕੈਲਕੂਲੇਟ ਕਰਨਾ ਹੈ, ਐਕਸਪੈਰੀਮੈਂਟਲੀ ਕਿਵੇਂ ਡਿਟਰਮਿਨ ਕਰਨਾ ਹੈ। ਤੇ ਜੇ ਅਸੀਂ ਸਾਰੇ ਇਲੈਕਟ੍ਰੋਡਸ ਨੂੰ ਉਹਨਾਂ ਦੇ ਇਲੈਕਟ੍ਰੋਡ ਪੋਟੈਂਸ਼ੀਅਲ ਦੇ ਵੱਧਦੇ ਕ੍ਰਮ ਚ ਅਰੇਂਜ ਕਰ ਦਈਏ ਤਾਂ ਇਸ ਅਰੇਂਜਮੈਂਟ ਨੂੰ ਆਪਾਂ ਕਵਾਂਗੇ ਇਲੈਕਟ੍ਰੋਕੈਮੀਕਲ ਸੀਰੀਜ਼। ਧਿਆਨ ਦੇ ਨਾਲ ਦੇਖੋ ਬੇਟਾ ਕਿ ਨੈਗੇਟਿਵ ਦੀਆਂ ਜ਼ਿਆਦਾ ਵੈਲਿਊਜ਼ as you can see ਇੱਥੇ 0 ਆ ਗਿਆ ਹਾਈਡਰੋਜਨ। ਸੋ ਰਿਡਕਸ਼ਨ ਪੋਟੈਂਸ਼ੀਅਲ ਵੈਲਿਊਜ਼ ਵੱਧਦੀਆਂ ਜਾ ਰਹੀਆਂ। ਸੋ ਇਸ ਤਰਫ ਜਿਹੜਾ ਇਹ ਅਰੇਂਜਮੈਂਟ ਬਣਿਆ ਹੈ ਜਿੰਦੇ ਚ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊਜ਼ ਵੱਧ ਰਹੀਆਂ। ਸੋ ਇਸ ਅਰੇਂਜਮੈਂਟ ਨੂੰ ਆਪਾਂ ਕੀ ਕਹਿੰਦੇ ਆ, ਇਲੈਕਟ੍ਰੋਕੈਮੀਕਲ ਸੀਰੀਜ਼। ਵੱਧਦੇ ਹੋਏ ਜਾਂ ਕਹਿ ਲਓ ਵੀ ਇਸ ਤਰਫ ਜੇ ਦੇਖੀਏ ਆਪਾਂ ਉੱਪਰੋਂ ਦੀ ਥੱਲੇ ਆਂਦੇ ਹੋਏ ਤਾਂ ਘਟਦੇ ਹੋਏ। ਕਹਿਣ ਦਾ ਮਤਲਬ ਇਹ ਹੈ ਕਿ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊਜ਼ ਨੂੰ ਅਸੀਂ ਉਹਨਾਂ ਦੇ ਵੱਧਦੇ ਕ੍ਰਮ ਦੇ ਵਿੱਚ ਜਾਂ ਉਹਨਾਂ ਦੇ ਘਟਦੇ ਕ੍ਰਮ ਦੇ ਵਿੱਚ ਅਰੇਂਜ ਕਰ ਲਿਆ। ਹੁਣ ਇਸ ਇਲੈਕਟ੍ਰੋਕੈਮੀਕਲ ਸੀਰੀਜ਼, ਇਸ ਅਰੇਂਜਮੈਂਟ ਤੋਂ ਕੁਝ ਪੁਆਇੰਟਸ ਨੋਟ ਕਰਨ ਨੂੰ ਸਾਡੇ ਸਾਹਮਣੇ ਆਉਂਦੇ ਆ। ਜਿਵੇਂ ਹਾਈਡਰੋਜਨ ਦਾ ਦੇਖੋ ਤੁਸੀਂ ਇਲੈਕਟ੍ਰੋਡ ਪੋਟੈਂਸ਼ੀਅਲ 0.00 ਹੈ। ਬੇਟਾ ਜੇ ਤੁਸੀਂ ਵੈਲਿਊਜ਼ ਨੂੰ ਧਿਆਨ ਨਾਲ ਦੇਖੋ ਤਾਂ ਜਿਸ ਤਰ੍ਹਾਂ ਆਪਾਂ ਉੱਪਰ ਵੱਲ ਜਾ ਰਹੇ ਹਾਂ, ਨੈਗੇਟਿਵ ਵੈਲਿਊ ਦੇਖੋ, ਜਿਹੜੀਆਂ ਨੈਗੇਟਿਵ ਚ ਵੈਲਿਊਜ਼ ਹੈ ਉਹਨਾਂ ਦਾ ਮੈਗਨੀਟਿਊਡ ਘਟਦਾ ਮਤਲਬ ਹੈ ਕਿ ਇਹ ਐਕਚੁਅਲੀ ਜ਼ਿਆਦਾ ਵੈਲਿਊ ਹੈ ਦੈਨ ਦਿਸ। ਠੀਕ ਹੈ। ਸੋ ਉੱਪਰ ਵੱਲ ਨੂੰ ਆਪਾਂ ਜਾ ਰਹੇ ਹਾਂ ਤਾਂ ਇਲੈਕਟ੍ਰੋਕੈਮੀਕਲ ਸੀਰੀਜ਼ ਦੇ ਵਿੱਚ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊਜ਼ ਆਰ ਇਨਕਰੀਜ਼ਿੰਗ। ਜਿੰਨਾ ਜ਼ਿਆਦਾ ਰਿਡਕਸ਼ਨ ਪੋਟੈਂਸ਼ੀਅਲ ਹੋਏਗਾ ਉਹਦਾ ਮਤਲਬ ਹੈ ਕਿ ਉਨੀ ਹੀ ਜ਼ਿਆਦਾ ਟੈਂਡੈਂਸੀ ਹੈ ਰਿਡਿਊਸ ਹੋਣ ਦੀ। ਰਿਡਿਊਸ ਹੋਣ ਦੀ ਟੈਂਡੈਂਸੀ ਦਾ ਮਤਲਬ ਹੈ ਟੈਂਡੈਂਸੀ ਟੂ ਗੇਨ ਇਲੈਕਟ੍ਰॉन्स। ਇਹਦਾ ਮਤਲਬ ਕੀ ਹੋਇਆ ਕਿ ਆਪਣੇ ਆਪ ਨੂੰ ਰਿਡਿਊਸ ਕਰ ਲਿਆ। ਆਪਣੇ ਆਪ ਨੂੰ ਰਿਡਿਊਸ ਤਾਂ ਕੀਤਾ, ਇਲੈਕਟ੍ਰॉन ਤਾਂ ਗੇਨ ਕੀਤੇ ਜੇ ਕਿਸੇ ਹੋਰ ਨੇ ਲੂਜ਼ ਕੀਤੇ, ਕਿਸੇ ਹੋਰ ਨੂੰ ਆਕਸੀਡਾਈਜ਼ ਕੀਤਾ, ਆਕਸੀਡਾਈਜ਼ਸ ਅਦਰਸ। ਇਹਦਾ ਮਤਲਬ ਇਹ ਹੋਇਆ ਕਿ ਇਹ ਉਨਾ ਹੀ ਅੱਛਾ ਆਕਸੀਡਾਈਜ਼ਿੰਗ ਏਜੰਟ ਹੈ। ਸੋ ਫਲੋਰੀਨ ਜਿਹੜਾ ਇੱਥੇ ਇਲੈਕਟ੍ਰੋਡ ਉਹ ਸਮਝ ਆ ਰਿਹਾ ਉਹਦੀ ਰਿਡਕਸ਼ਨ ਪੋਟੈਂਸ਼ੀਅਲ ਵੈਲਿਊ ਸਭ ਤੋਂ ਜ਼ਿਆਦਾ ਹੈ, ਮਤਲਬ ਦਿਸ ਇਜ਼ ਦੀ ਸਟਰੋਂਗੇਸਟ ਆਕਸੀਡਾਈਜ਼ਿੰਗ ਏਜੰਟ। ਸੋ ਇਹ ਚੀਜ਼ ਧਿਆਨ ਰੱਖਣੀ ਹੈ। ਤੇ ਇਸ ਤੋਂ ਉਲਟ ਕੀ ਹੋਏਗਾ ਬੇਟਾ? ਇਸ ਤੋਂ ਉਲਟ ਹੋਏਗਾ ਜਦੋਂ ਆਪਾਂ ਇਸ ਸੀਰੀਜ਼ ਦੇ ਸਭ ਤੋਂ ਹੇਠਲੇ ਮੈਂਬਰ ਵੱਲ ਦੇਖਾਂਗੇ। ਸੋ ਲਿਥੀਅਮ ਜਿਹੜਾ ਹੈ ਇਸ ਤੋਂ ਉਲਟ ਇਹ ਬਣੇਗਾ ਕਿ ਇਟ ਵਿਲ ਬੀ ਸਟਰੋਂਗੇਸਟ ਰਿਡਿਊਸਿੰਗ ਏਜੰਟ। ਦੇਖੋ ਇਹਦਾ ਇਲੈਕਟ੍ਰੋਡ ਪੋਟੈਂਸ਼ੀਅਲ ਸਭ ਤੋਂ ਘੱਟ ਹੈ। ਜਿੰਨਾ ਇਹਦਾ ਇਲੈਕਟ੍ਰੋਡ ਪੋਟੈਂਸ਼ੀਅਲ ਘੱਟ ਹੈ ਉਨੀ ਹੀ ਇਹਦੀ ਆਪਣੇ ਆਪ ਨੂੰ ਰਿਡਿਊਸ ਕਰਨ ਦੀ ਟੈਂਡੈਂਸੀ ਘੱਟ ਹੈ। ਇਹ ਆਪ ਨੂੰ ਰਿਡਿਊਸ ਘੱਟ ਕਰ ਰਿਹਾ ਤਾਂ ਦੂਜੇ ਨੂੰ ਆਕਸੀਡਾਈਜ਼ ਤਾਂ ਨਹੀਂ ਕਰੇਗਾ, ਬਲਕਿ ਇਹਦੀ ਟੈਂਡੈਂਸੀ ਆਕਸੀਡਾਈਜ਼ ਖੁਦ ਨੂੰ ਕਰਨ ਦੀ ਜ਼ਿਆਦਾ ਹੋਏਗੀ। ਜੇ ਖੁਦ ਆਕਸੀਡਾਈਜ਼ ਹੋ ਰਿਹਾ ਹੈ ਤਾਂ ਇਹਦਾ ਮਤਲਬ ਕੀ ਹੋਏਗਾ? ਕੋਈ ਹੋਰ ਇਹ ਰਿਡਿਊਸ ਕਰ ਰਿਹਾ, ਕਿਸੇ ਹੋਰ ਨੂੰ ਰਿਡਿਊਸ ਕਰ ਰਿਹਾ। ਸੋ ਇਟ ਵਿਲ ਐਕਟ ਐਜ਼ ਸਟਰੋਂਗੇਸਟ ਰਿਡਿਊਸਿੰਗ ਏਜੰਟ। ਸੋ ਇਲੈਕਟ੍ਰੋਕੈਮੀਕਲ ਸੀਰੀਜ਼ ਦੇ ਬੈਨੀਫਿਟਸ ਦੇ ਵਿੱਚੋਂ ਪਹਿਲਾ ਬੈਨੀਫਿਟ ਇਹ ਹੈ ਕਿ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਇਲੈਕਟ੍ਰੋਕੈਮੀਕਲ ਸੀਰੀਜ਼ ਦੇਖ ਕੇ ਕਿਸੇ ਇਲੈਕਟ੍ਰੋਡ ਦੀ ਪੋਜੀਸ਼ਨ ਤੋਂ ਕਿ ਇੱਕ ਸਟਰੋਂਗੇਸਟ ਆਕਸੀਡਾਈਜ਼ਿੰਗ ਏਜੰਟ ਦਾ ਕੰਮ ਕਰੇਗਾ ਜਾਂ ਇਹ ਰਿਡਿਊਸਿੰਗ ਏਜੰਟ ਦਾ ਕੰਮ ਕਰੇਗਾ। ਆਮ ਤੌਰ ਤੇ ਆਪਾਂ ਇਹ ਦੇਖਦੇ ਹਾਂ ਕਿ ਜਿਸ ਤਰ੍ਹਾਂ ਹਾਈਡਰੋਜਨ ਤੋਂ ਉੱਤੇ ਜਿੰਨੀ ਪੋਜ਼ਿਟਿਵ ਵੈਲਿਊ ਜ਼ਿਆਦਾ ਹੋਏਗੀ ਉਨਾ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਹੋਏਗਾ, ਔਰ ਜੇ ਨੈਗੇਟਿਵ ਦੇ ਵਿੱਚ ਵੈਲਿਊ ਜ਼ਿਆਦਾ ਹੋ ਰਹੀ ਹੈ ਤਾਂ ਉਨੀ ਹੀ ਉਹ ਸਟਰੋਂਗ ਰਿਡਿਊਸਿੰਗ ਏਜੰਟ ਹੋਏਗਾ। ਨੈਕਸਟ ਐਪਲੀਕੇਸ਼ਨ ਹੈ ਇਲੈਕਟ੍ਰੋਕੈਮੀਕਲ ਸੀਰੀਜ਼ ਦੀ ਕਿ ਜੇ ਤੁਹਾਡੇ ਸਾਹਮਣੇ ਕੋਈ ਵੀ ਦੋ ਇਲੈਕਟ੍ਰੋਡ ਪਏ ਹੈ ਤਾਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਕਿ ਵਿਚ ਵਿਲ ਐਕਟ ਐਜ਼ ਕੈਥੋਡ ਐਂਡ ਵਿਚ ਵਿਲ ਐਕਟ ਐਜ਼ ਐਨੋਡ। ਯੈਸ, ਫॉर एग्जांपल ਆਪਾਂ ਹੁਣ ਕਾਪਰ ਤੇ ਆਇਰਨ ਦਾ ਇਹ ਇਲੈਕਟ੍ਰੋਡਸ ਦੇਖ ਲੈਂਦੇ ਆ। ਇਹਨਾਂ ਦੇ ਇਲੈਕਟ੍ਰੋਡ ਪੋਟੈਂਸ਼ੀਅਲ, ਕਿੰਨਾ ਇਲੈਕਟ੍ਰੋਡ ਪੋਟੈਂਸ਼ੀਅਲ ਜ਼ਿਆਦਾ ਹੈ? ਯੈਸ, ਕਾਪਰ ਦਾ ਜ਼ਿਆਦਾ ਹੈ ਰਿਡਕਸ਼ਨ ਪੋਟੈਂਸ਼ੀਅਲ, ਸੋ ਇਟ ਵਿਲ ਐਕਟ ਐਜ਼ ਕੈਥੋਡ। और जिंदा रिडक्शन पोटेंशियल घट है इट विल एक्ट एज एनोड। बेटे सारे इलेक्ट्रोड ऑक्सीडेशन भी शो करते हैं, रिडक्शन भी शो करते हैं। डिपेंड करता है कि इस इलेक्ट्रोड ਨੂੰ ਮੈਂ ਕਿਹੜੇ ਇਲੈਕਟ੍ਰੋਡ ਨਾਲ ਜੋੜਿਆ। ਜੇ ਸਪੋਜ਼ ਕਾਪਰ ਨੂੰ ਮੈਂ ਸਿਲਵਰ ਦੇ ਨਾਲ ਜੋੜ ਦਵਾਂ ਤਾਂ ਕਾਪਰ ਜਿਹੜਾ ਹੈ ਹੁਣ ਰਿਡਕਸ਼ਨ ਪੋਟੈਂਸ਼ੀਅਲ ਤੁਸੀਂ ਵੈਲਿਊ ਦੇਖ ਕੇ ਦੱਸ ਸਕਦੇ ਹੋ ਕਿ ਹੁਣ ਕੌਣ ਕੈਥੋਡ ਦਾ ਕੰਮ ਕਰੇਗਾ? ਜਿੰਦਾ ਰਿਡਕਸ਼ਨ ਪੋਟੈਂਸ਼ੀਅਲ ਵੈਲਿਊ ਜ਼ਿਆਦਾ ਹੈ। ਸੋ ਸਿਲਵਰ ਵਿਲ ਐਕਟ ਐਜ਼ कैथोड एंड कॉपर विल एक्ट एज एनोड। पर जे मैं कॉपर नु निकल दे नाल कनेक्ट करता
देन व्हाट विल हैपन, वैल्यूज देख के तो पता लगता है कि कॉपर इलेक्ट्रोड विल एक्ट एज कैथोड एंड निकल इलेक्ट्रोड विल act as anode. So every electrode is capable of showing both. कैथोड ਦਾ ਵੀ ਕਰੈਕਟਰ ਦੇ ਸਕਦੇ ਆ ਇਹ, ਐਨੋਡ ਦਾ ਵੀ ਦੇ ਸਕਦੇ ਆ। ਡਿਪੈਂਡ ਕਾਦੇ ਤੇ ਕਰਦਾ ਹੈ ਕਿ ਇਹਨਾਂ ਨੂੰ ਕਿਹੜੇ ਦੂਜੇ ਇਲੈਕਟ੍ਰੋਡ ਨਾਲ ਜੋੜਿਆ ਗਿਆ ਹੈ। ਸੋ ਆਪਾਂ ਇਸ ਤਰੀਕੇ ਦੇ ਨਾਲ ਬੇਟਾ ਇਲੈਕਟ੍ਰੋਕੈਮੀਕਲ ਸੀਰੀਜ਼ ਦੀਆਂ ਦੋ ਮੇਜਰ ਐਪਲੀਕੇਸ਼ਨਸ ਕਰ ਲਈਆਂ। ਪਹਿਲਾ ਤਾਂ ਇਹ ਸਾਨੂੰ ਇਹ ਪਤਾ ਲੱਗਦਾ ਹੈ ਕਿ ਕੌਣ ਸਟਰੋਂਗਰ ਆਕਸੀਡਾਈਜ਼ਿੰਗ ਏਜੰਟ ਹੈ ਔਰ ਕੌਣ ਸਟਰੋਂਗਰ ਰਿਡਿਊਸਿੰਗ ਏਜੰਟ ਹੈ। ਦੂਜਾ ਅਸੀਂ ਇਹ ਦੇਖ ਕੇ ਜੱਜ ਕਰਦੇ ਹਾਂ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊਜ਼ ਤੋਂ ਕਿ ਕੈਥੋਡ ਦਾ ਕੰਮ ਕੌਣ ਕਰੇਗਾ ਔਰ ਐਨੋਡ ਦਾ ਕੰਮ ਕੌਣ ਕਰੇਗਾ। ਤੀਸਰੀ ਚੀਜ਼ ਜੋ ਸਾਨੂੰ ਇਲੈਕਟ੍ਰੋਕੈਮੀਕਲ ਸੀਰੀਜ਼ ਤੋਂ ਪਤਾ ਲੱਗਦੀ ਹੈ ਉਹ ਇਹ ਹੈ ਕਿ ਅਸੀਂ ਕਿਸੇ ਦੋ ਇਲੈਕਟ੍ਰੋਡਸ ਨੂੰ ਜਦੋਂ ਕੰਬਾਈਨ ਕਰਦੇ ਹਾਂ ਤਾਂ ਉਹ ਕਿੰਨਾ EMF ਪ੍ਰੋਡਿਊਸ ਕਰਨਗੇ, ਸਾਨੂੰ ਇੱਥੋਂ ਦੀ ਡਾਇਰੈਕਟ ਵੈਲਿਊ ਪਤਾ ਲੱਗ ਜਾਂਦੀ ਹੈ। ਸਪੋਜ਼ ਮੈਂ ਕੈਲਸ਼ੀਅਮ ਦਾ ਔਰ ਸਿਲਵਰ ਦਾ ਇਲੈਕਟ੍ਰੋਡ ਇਹਨਾਂ ਨੂੰ ਕੰਬਾਈਨ ਕਰਦੀ ਹਾਂ। ਸੋ ਸਿਲਵਰ ਦੀ ਇਲੈਕਟ੍ਰੋਡ ਪੋਟੈਂਸ਼ੀਅਲ ਵੈਲਿਊ ਜ਼ਿਆਦਾ ਹੈ, ਰਿਡਕਸ਼ਨ ਪੋਟੈਂਸ਼ੀਅਲ ਇਹਦਾ ਜ਼ਿਆਦਾ ਹੈ, ਇਟ ਵਿਲ ਐਕਟ ਐਜ਼ ਕੈਥੋਡ, ਔਰ ਕੈਲਸ਼ੀਅਮ ਜਿਹੜਾ ਹੈ ਇਟ ਵਿਲ ਐਕਟ ਐਜ਼ ਐਨੋਡ। ਜਦੋਂ ਮੈਂ ਇਸ ਫਾਰਮੂਲੇ ਦੇ ਵਿੱਚ ਕੈਥੋਡ ਔਰ ਐਨੋਡ ਇਹਨਾਂ ਦੇ ਰਿਡਕਸ਼ਨ ਪੋਟੈਂਸ਼ੀਅਲਸ ਪਾਉਂਗੀ ਤਾਂ ਸਾਡੇ ਕੋਲੇ E ਸੈੱਲ ਆ ਜਾਏਗਾ। ਮਤਲਬ ਇਹ ਹੈ ਕਿ ਕੋਈ ਵੀ ਦੋ ਇਲੈਕਟ੍ਰੋਡਸ ਕਨੈਕਟ ਕਰਨ ਤੇ ਕਿੰਨਾ EMF ਪ੍ਰੋਡਿਊਸ ਕਰਨਗੇ, ਵੀ ਕੈਨ ਕੈਲਕੂਲੇਟ E ਸੈੱਲ। ਬੇਟਾ ਇੱਥੇ ਨਾਲ ਦੀ ਨਾਲ ਆਪਾਂ ਨੂੰ ਇਹ ਚੀਜ਼ ਵੀ ਸਮਝ ਲੱਗਦੀ ਹੈ ਨਾ ਕਿ ਮੰਨ ਲਓ ਮੈਂ ਕਾਪਰ ਔਰ ਨਿਕਲ ਇਹਨਾਂ ਦੋ ਇਲੈਕਟ੍ਰੋਡਸ ਨੂੰ ਕਨੈਕਟ ਕਰਕੇ ਇੱਕ ਸੈੱਲ ਬਣਾਇਆ ਇਲੈਕਟ੍ਰੋਕੈਮੀਕਲ ਸੈੱਲ ਦਾ, ਔਰ ਮੈਂ ਸੋਚਦੀ ਹਾਂ ਕਿ ਮੈਂ ਇਸ ਇਲੈਕਟ੍ਰੋਕੈਮੀਕਲ ਇਸ ਇਲੈਕਟ੍ਰੋਡ ਨੂੰ ਨਿਕਲ ਇਲੈਕਟ੍ਰੋਡ ਨੂੰ ਮੈਂ ਐਨੋਡ ਦੀ ਬਜਾਏ ਕੈਥੋਡ ਬਣਾਣਾ। ਸੋ ਜੇ ਮੈਂ ਇਹਨੂੰ ਕੈਥੋਡ ਬਣਾ ਦਿੰਨੀ ਹੈ 0.25 ਮਾਈਨਸ ਦੇ ਵਿੱਚ ਔਰ -0.34 ਲੈ ਲੈਣੀ ਹੈ ਤਾਂ ਮੇਰੇ ਕੋਲ E ਸੈੱਲ ਵੈਲਿਊ ਮਾਈਨਸ ਚ ਆ ਜਾਏਗੀ। ਮਾਈਨਸ ਹੀ ਇਹ ਹੈ, ਮਾਈਨਸ ਹੀ ਇਹਦਾ ਹੋ ਗਿਆ ਇਹ ਵਾਲਾ ਸਾਈਨ। ਸੋ ਮੇਰੇ ਕੋਲ ਜੇ E ਸੈੱਲ ਮਾਈਨਸ ਚ ਆ ਗਿਆ ਇਹਦਾ ਮਤਲਬ ਇਹ ਸੈੱਲ ਫਿਜ਼ੀਬਲ ਹੀ ਨਹੀਂ ਹੈ। This cell cannot produce EMF. So अपने को ले एक चीज याद रखो, फिजिबिलिटी ऑफ रिएक्शन समझ लगती है कि जे E सेल वैल्यू पॉजिटिव है ताही सेल फिजिबल है, ताही रिएक्शन होएगी, नहीं ता रिएक्शन ही नहीं होएगी, वो सेल फिजिबल ही नहीं है। ਲਾਸਟ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸਾਨੂੰ ਪਤਾ ਲੱਗਦੀ ਹੈ ਨਾ ਉਹ ਇਹ ਹੈ ਕਿ ਅਸੀਂ ਇਹ ਪ੍ਰਿਡਿਕਟ ਕਰ ਸਕਦੇ ਹਾਂ ਕਿ whether hydrogen will be liberated or not when acid is put on these metals। ਦੇਖੋ ਬੇਟਾ ਜੇ ਆਪਾਂ ਸਪੋਜ਼ ਜ਼ਿੰਕ ਦੇ ਉੱਤੇ ਐਸਿਡ ਪੋਰ ਕਰਦੇ ਹਾਂ, ਠੀਕ ਹੈ, ਮਤਲਬ ਇਹ ਹੈ ਕਿ ਜ਼ਿੰਕ is now in contact with H positive ਜਾਂ ਉੱਪਰ ਸਿਲਵਰ ਜਿਹੜੀ ਹੈ ਉਹਦੇ ਉੱਪਰ ਜੇ ਆਪਾਂ ਐਸਿਡ ਪੋਰ ਕੀਤਾ ਤਾਂ ਸਿਲਵਰ ਇਜ਼ ਇਨ ਕੰਟੈਕਟ ਵਿਦ H ਪੋਜ਼ਿਟਿਵ। ਐਸਿਡ ਦੇ ਵਿੱਚ H ਪੋਜ਼ਿਟਿਵ ਹੁੰਦੇ ਆ ਨਾ। ਸੋ ਹੁਣ ਤੁਸੀਂ ਇਹ ਦੇਖ ਕੇ ਦੱਸੋ ਕਿ H ਪੋਜ਼ਿਟਿਵ ਤੋਂ H2 ਤਾਂ ਬਣੇਗੀ ਨਾ ਜੇ ਇਹ ਇਲੈਕਟ੍ਰੋਨ ਗੇਨ ਕਰੇਗਾ। ਇਲੈਕਟ੍ਰੋਨ ਗੇਨ ਤਾਂ ਕਰੇਗਾ ਜੇ ਇਹ ਲੂਜ਼ ਕਰੇਗਾ। ਦੂਜੇ ਵਾਲੇ ਦਾ ਮਤਲਬ ਹਾਈਡਰੋਜਨ ਦਾ ਜਿਹੜਾ ਰਿਡਕਸ਼ਨ ਪੋਟੈਂਸ਼ੀਅਲ ਸ਼ੁੱਡ ਬੀ ਮੋਰ, ਇਟ ਸ਼ੁੱਡ ਐਕਟ ਐਜ਼ ਕੈਥੋਡ। ਸੋ ਰਿਡਕਸ਼ਨ ਪੋਟੈਂਸ਼ੀਅਲ ਮੋਰ ਹਾਈਡਰੋਜਨ ਦਾ ਕਿੰਨਾ ਦੇ ਨਾਲੋਂ ਹੈ ਜਿਹੜੀਆਂ ਮੈਟਲਸ ਦੇ ਨੈਗੇਟਿਵ ਦੇ ਵਿੱਚ ਹੈ ਰਿਡਕਸ਼ਨ ਪੋਟੈਂਸ਼ੀਅਲ। ਸੋ ਇਹ ਮੈਟਲਸ ਦੇ ਉੱਤੇ ਜਦੋਂ ਐਸਿਡ ਪੋਰ ਕਰਾਂਗੇ ਤਾਂ ਹਾਈਡਰੋਜਨ ਗੈਸ ਵਿਲ ਬੀ ਲਿਬਰੇਟਡ, ਔਰ ਜਦੋਂ ਇਹਨਾਂ ਮੈਟਲਸ ਜਾਂ ਨਾਨ ਮੈਟਲਸ ਦੇ ਉੱਤੇ ਆਪਾਂ ਹਾਈਡਰੋਜਨ ਐਸਿਡ ਪੋਰ ਕਰਾਂਗੇ ਤਾਂ ਹਾਈਡਰੋਜਨ ਗੈਸ ਵਿਲ ਨਾਟ ਬੀ ਲਿਬਰੇਟਡ। ਇਲੈਕਟ੍ਰੋਕੈਮੀਕਲ ਸੈੱਲ ਤਾਂ ਹੀ ਸੈਟਅਪ ਹੁੰਦਾ ਨਾ ਜੇ ਆਪਾਂ ਦੋ ਇਲੈਕਟ੍ਰੋਡਸ ਨੂੰ ਕਨੈਕਟ ਕਰਦੇ ਹਾਂ, ਠੀਕ ਹੈ। ਸੋ ਜੇ ਆਪਾਂ ਨੂੰ ਇਹਨਾਂ ਦੋਨਾਂ ਇਲੈਕਟ੍ਰੋਡਸ ਦਾ ਪੋਟੈਂਸ਼ੀਅਲ ਪਤਾ ਹੈ ਤਾਂ ਆਪਾਂ ਇਸ ਸੈੱਲ ਦੁਆਰਾ ਪ੍ਰੋਡਿਊਸ ਕੀਤਾ ਜਾਣ ਵਾਲਾ EMF ਕੈਲਕੂਲੇਟ ਕਰ ਸਕਦੇ ਹਾਂ। E ਸੈੱਲ ਕੀ ਹੁੰਦਾ ਹੈ? E ਕੈਥੋਡ ਮਾਈਨਸ E ਐਨੋਡ। ਇੱਥੇ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਰੂਲ ਬਣਾਇਆ ਹੋਇਆ ਹੈ ਕਿ ਹਰ ਇੱਕ ਇਲੈਕਟ੍ਰੋਡ ਦਾ ਕੇਵਲ ਰਿਡਕਸ਼ਨ ਪੋਟੈਂਸ਼ੀਅਲ ਹੀ ਆਪਾਂ ਕੰਸੀਡਰ ਕਰਨਾ ਹੈ। E ਕੈਥੋਡ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਕੈਥੋਡ ਤੇ ਇਲੈਕਟ੍ਰੋਡ ਹੈ ਉਹਦਾ ਰਿਡਕਸ਼ਨ ਪੋਟੈਂਸ਼ੀਅਲ ਮਾਈਨਸ ਰਿਡਕਸ਼ਨ ਪੋਟੈਂਸ਼ੀਅਲ ਆਫ ਜਿਹੜਾ ਵੀ ਐਨੋਡ ਤੇ ਇਲੈਕਟ੍ਰੋਡ ਮੌਜੂਦ ਹੈ। ਸੋ ਇਹ ਚੀਜ਼ ਤੁਸੀਂ ਧਿਆਨ ਚ ਰੱਖਣੀ ਹੈ
कि हर मैटल दियां दोनों टेंडेंसीज हुंदियां, ऑक्सीडेशन दी भी ते रिडक्शन दी भी, और वो इक्वल एंड ऑपोजिट हुंदियां पोटेंशियल्स दी टर्म दे विच। ते आपां जदों सैल दा ईएमएफ कैलकुलेट करना है ਤਾਂ E कैथोड माइनस E एनोड लेना है, और इत्थे आपां दोनों ही इलैक्ट्रोड्स दा रिडक्शन पोटेंशियल आपां लेना है वैल्यू, तां अपने कोल E सैल आएगा। सो कन्वेंशनली आपां इहनूं इदां भी कह सकते हैं कि कैथोड जिहड़ा है वो हमेशा राइट साइड हुंदा है, E राइट माइनस E लेफ्ट। सो हुण आपां एक न्यूमेरिकल दे थ्रू प्रैक्टिस करते हैं ते इस कंसैप्ट नूं बेटर समझण दी कोशिश करते हैं। क्वेश्चन है कि आपां जिंक और लेड इलैक्ट्रोड्स नूं मिला के एक सैल बनाया है, ते उस सैल दा आपां ई नॉट सैल यानी ईएमएफ जो इस सैल द्वारा प्रोड्यूस होगा आपां वो कैलकुलेट करना। दिता की होया आपां नूं लेड इलैक्ट्रोड और जिंक इलैक्ट्रोड दे रिडक्शन पोटेंशियल्स दिते हैं। पूछया की है, एक तो ईएमएफ आपां कढना है ई सैल, दूसरा आपां सैल रिएक्शन लिखनी है, ते तीसरा ये दसना है कि केड़ा इलैक्ट्रोड कैथोड दी तरह काम कर रहा है। ओके, सब तो पहला बेटा मैंने तुसी ऐ दसो कि -0.2 बड़ा है या -0.3 बड़ा है, इन्हां दोनों चों केड़ी चीज बड़ी है? यस, वेरी गुड। माइनस जदों सामने आ जाए तो जेड़ी रकम छोटी है दरअसल वो उन्नी ही वड्डी हुंदी है। सो आपां नूं इत्थे हुण जे ध्यान नाल देखोगे बेटा ਤਾਂ ਲੈਡ ਦਾ ਰਿਡਕਸ਼ਨ ਪੋਟੈਂਸ਼ੀਅਲ ਲੈਡ ਇਲੈਕਟ੍ਰੋਡ ਦਾ ਦਿੱਤਾ ਹੋਇਆ ਹੈ -0.126 ਵੋਲਟ, ਔਰ ਜ਼ਿੰਕ ਇਲੈਕਟ੍ਰੋਡ ਦਾ ਰਿਡਕਸ਼ਨ ਪੋਟੈਂਸ਼ੀਅਲ ਕਿੰਨਾ ਦਿੱਤਾ ਹੈ ਆਪਾਂ ਨੂੰ? ਯੈਸ, -0.763 ਵੋਲਟ। ਇਹਨਾਂ ਦੋਨਾਂ ਦੇ ਵਿੱਚੋਂ ਕਿਹੜੀ ਵੈਲਿਊ ਵੱਡੀ ਹੈ? ਜਿਹੜੀ ਵੈਲਿਊ ਵੱਡੀ ਹੈ ਉਹ ਐਜ਼ ਕੈਥੋਡ ਕੰਮ ਕਰੇਗਾ। ਯੈਸ, ਵੈਰੀ ਗੁੱਡ। ਸੋ ਦਿਸ ਵੈਲਿਊ ਇਜ਼ ਬਿਗਰ। सो जिन्ना ज्यादा रिडक्शन पोटेंशियल वो चीज जिहड़ी है कैथोड दा काम करेगी, ठीक है, बिकॉज इट हैज गॉट मोर रिडक्शन पोटेंशियल। सो ये चीज सिलेक्ट होगी सब तो पहला भी लेड इलैक्ट्रोड जिहड़ा वो कैथोड दा काम करेगा। जे लेड कैथोड दा काम कर रहे हैं तो इनका मतलब ये होया कि जिंक एनोड दा काम कर रहे हैं, यानी कि जिंक विल लूज इलेक्ट्रॉन्स लाइक दिस and lead that will gain electrons, ताइयों रिडक्शन कर रहे, ताइयों कैथोड दा काम कर रहे। ओवरऑल रिएक्शन की बनी, आपां सारे रिएक्टेंट एक पासे लिख लेने हैं ते प्रोडक्ट्स एक पासे लिख लेने हैं एज यू कैन सी। ते जिहड़ियां चीजां सेम है वो आपां कट दांगे। केड़ी चीज सेम दिखाई दे रही है? इलेक्ट्रॉन्स। सो अपने कोले ओवरऑल इक्वेशन की बन गई, जिंक plus lead 2 positive gives rise to zinc 2 positive plus lead। इन्ना मतलब ये होया कि जे असी इत्थों दी सेल दी रिप्रेजेंटेशन लिखना चाहिए तो बिल्कुल सेम बन जाएगी जो आपां नूं दित्ती हुई है कि जिंक तो जिंक 2 पॉजिटिव बन गया, ऑक्सीडेशन होगी, सॉल्ट ब्रिज, लेड 2 पॉजिटिव तो लेड बन गया। सो इट इज सेम जो आपां नूं क्वेश्चन च दित्ती हुई है। सेल रिप्रेजेंटेशन भी करती, आपां केमिकल रिएक्शन भी लिख दी, ते आपां ये भी दस दिता कि कैथोड कौन होएगा, जिन्ना रिडक्शन पोटेंशियल ज्यादा होएगा वो कैथोड दा काम करेगा। सो वी आर नाउ लेफ्ट विद ओनली वन थिंग। ये एक चीज की है कि असी ई नॉट सेल वो कैलकुलेट करना है। ई नॉट सेल दा फार्मूला की हुंदा है? ई कैथोड माइनस ई एनोड। सो ई कैथोड, इन्हां दोनों दे विचों केड़ा कैथोड है? यस, लेड। सो आपां लिखता इत्थे -0.126, आह माइनस आ गया। ई एनोड कितना है? पॉइंट, अच्छा माइनस नूं नहीं भुलना, जिन्नी वैल्यू है उन्होंने नहीं भुलना। सो हुण अपने कोले जे तुसीं ध्यान नाल देखो 0.126 इत्थे प्लस आ गया 0.763, और जे आपां ये कैलकुलेट करके देखते हैं तो अपने कोले आ जाता है +637 वोल्ट्स। सो इस तरीके दे नाल अपना ये आंसर आ गया ई नॉट सेल। सो बेटा एक चीज ये ध्यान च रखो कि कोई भी आपां सैल दा ईएमएफ कढना है कि इस सैल ने कितनी वोल्टेज प्रोड्यूस की, उनदे लई बेटे आपां नूं रिडक्शन पोटेंशियल ऑफ कैथोड एंड एनोड चाहिए। जिंदा रिडक्शन पोटेंशियल ज्यादा होएगा
ਉਹਦਾ ਕੰਮ ਹੋਏਗਾ ਕੈਥੋਡ ਦੀ ਤਰ੍ਹਾਂ, ਤੇ ਜਿੰਦਾ ਰਿਡਕਸ਼ਨ ਪੋਟੈਂਸ਼ੀਅਲ ਘੱਟ ਹੋਏਗਾ ਉਹਦਾ ਕੰਮ ਹੋਏਗਾ ਐਨੋਡ ਦੀ ਤਰ੍ਹਾਂ। कैथोड का मतलब है रिडक्शन, एनोड का मतलब है ऑक्सीडेशन। कैथोड का मतलब है गेन ऑफ इलेक्ट्रॉन, एनोड का मतलब है लॉस ऑफ इलेक्ट्रॉन। ये राइट साइड ते है और ये लेफ्ट साइड ते है। सो आई होप बेटा तुहानू हुण ये वाले न्यूमेरिकल्स जिहड़े कढने मुश्किल नहीं लगणगे।